ਸ੍ਰੀ ਗੁਰੂ ਰਾਮਦਾਸ ਜੀ ਨੂੰ ਕੋਟੀ ਕੋਟੀ ਪ੍ਰਣਾਮ। ਧੰਨ ਗੁਰੂ ਰਾਮਦਾਸ ਜੀ ਦੀ ਸੇਵਾ ਵੇਖ ਕੇ ਗੁਰੂ ਜੀ ਨੇ ਕਿਹਾ, ਜੋ ਹਰ ਕਾ ਪਿਆਰਾ ਉਹ ਸਭਨਾ ਕਾ ਪਿਆਰਾ। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦਵਾਦ ਬਣੇ, 21 ਸਾਲ ਸੇਵਾ ਸਿਮਰਨ ਕਰਨ ਦੇ ਬਾਵਜੂਦ ਵੀ ਆਪਣੇ ਆਪ ਨੂੰ ਗੁਰੂ ਘਰ ਦਾ ਕੁੱਕੜ ਸਮਝਦੇ ਸਨ। ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੂੰ ਜਦੋਂ ਪਤਾ ਲੱਗਾ ਇੱਕ ਗਰੀਬ ਯਤੀਮ ਜਿਸ ਦਾ ਨਾਮ ਭਾਈ ਜੇਠਾ ਹੈ ਗੁਰੂ ਨਾਨਕ ਦੀ ਗੱਦੀ ਤੇ ਬੈਠਾ ਹੈ, ਬਾਬਾ ਸ੍ਰੀ ਚੰਦ ਜੀ ਆਪਣੇ ਪਿੰਡ ਬਾਠ ਤੋਂ ਇੱਕ ਸੇਵਾਦਾਰ ਨੂੰ ਕਹਿਣ ਲੱਗੇ, ਚਲੋ ਵੇਖ ਕੇ ਆਈਏ ਗੁਰੂ ਦੀ ਮਰਿਆਦਾ ਕਾਇਮ ਹੈ ਕਿ ਟੁੱਟ ਗਈ। ਗੁਰੂ ਰਾਮਦਾਸ ਜੀ ਜਦੋਂ ਗੱਦੀ ਤੇ ਬਿਰਾਜਮਾਨ ਸਨ, ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਆ ਰਹੇ ਸਨ। ਗੁਰੂ ਰਾਮਦਾਸ ਜੀ ਇਹ ਸੁਣ ਕੇ ਗੱਦੀ ਤੋਂ ਉੱਠ ਕੇ ਖੜੇ ਹੋ ਗਏ। ਬਾਬਾ ਸ੍ਰੀ ਚੰਦ ਜੀ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਫਿਰ ਗੱਦੀ ਉੱਤੇ ਬਾਬਾ ਸ੍ਰੀ ਚੰਦ ਜੀ ਨੂੰ ਬਿਠਾ ਦਿੱਤਾ। ਗੁਰੂ ਰਾਮਦਾਸ ਜੀ ਆਪ ਭੁੰਜੇ ਬੈਠ ਗਏ। ਫਿਰ ਬਾਬਾ ਸ੍ਰੀ ਚੰਦ ਜੀ ਆਖਣ ਲੱਗੇ, ਪੁਰਖਾ ਇਹ ਦਾੜਾ ਕਿਉਂ ਇੰਨਾ ਵਧਾਇਆ ਹੈ, ਇਹਦੇ ਤੋਂ ਕੀ ਕੰਮ ਕਰਵਾਉਣਾ ਹੈ। ਫਿਰ ਗੁਰੂ ਰਾਮਦਾਸ ਜੀ ਆਖਣ ਲੱਗੇ, ਆਪ ਜੀ ਵਰਗੇ ਸੰਤ ਮਹਾਤਮਾ ਦੇ ਚਰਨ ਸਾਫ਼ ਕਰਨ ਵਾਸਤੇ। ਇਹ ਸੁਣ ਕੇ ਬਾਬਾ ਸ੍ਰੀ ਚੰਦ ਜੀ ਦੀਆਂ ਅੱਖਾਂ ਵਿੱਚ ਨੀਰ ਆ ਗਿਆ। ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪੁਰਖਾ ਐਨੀ ਨਿਮਰਤਾ, ਧੰਨ 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 ਹੋ ਤੁਸੀਂ ਗੁਰੂ ਰਾਮਦਾਸ ਜੀ। ਫਿਰ ਬਾਬਾ ਸ੍ਰੀ ਚੰਦ ਜੀ ਆਖਣ ਲੱਗੇ, ਮੇਰੇ ਸਤਿਗੁਰੂ ਨਾਨਕ ਦੀ ਇੰਨੀ ਕਿਰਪਾ, ਵਾਹਿਗੁਰੂ ਵਾਹਿਗੁਰੂ। ਗੁਰੂ ਰਾਮਦਾਸ ਜੀ ਆਪਣੇ ਬਚਪਨ ਵਿੱਚ ਜਿਹੜੇ ਦੁੱਖ ਸਹੇ ਅਤੇ ਜੋ ਬਚਨ ਸੱਕੇ ਸਰਬੰਧੀਆਂ ਨੇ ਕਹੇ, ਉਹਨਾਂ ਨੂੰ ਹੁਣ ਵੀ ਯਾਦ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਅੱਖਾਂ ਵਿੱਚ ਜਲ ਆ ਜਾਂਦਾ ਹੈ। ਗੁਰੂ ਰਾਮਦਾਸ ਜੀ ਦੇ ਜਨਮ ਤੋਂ ਲੈ ਕੇ ਅੰਤ ਤੱਕ ਸੁਣਾਂਗੇ ਤਾਂ ਆਪਣੀਆਂ ਅੱਖਾਂ ਵਿੱਚ ਵੀ ਜਲ ਆ ਜਾਏਗਾ। ਉਹ ਜੀਵਨ ਕਿਹੋ ਜਿਹਾ ਸੀ। ਬਾਬਾ ਹਰਦਾਸ ਜੀ ਸੋਢੀ ਲਾਹੌਰ ਸ਼ਹਿਰ ਚੂਨਾ ਮੰਡੀ ਵਿੱਚ ਰਹਿੰਦੇ ਸਨ। ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਮਾਂ ਬਾਪ ਨੇ ਨਾਮ ਰੱਖਿਆ ਭਾਈ ਜੇਠਾ। ਭਾਈ ਜੇਠੇ ਦੀ ਉਮਰ ਅਜੇ 3 ਕੁ ਸਾਲ ਦੀ ਸੀ ਤਾਂ ਮਾਤਾ ਜੀ ਪੂਰੀ ਹੋ ਗਈ। ਭਾਈ ਜੇਠੇ ਜੀ ਦੇ ਤਾਏ ਚਾਚੇ ਤਾਈਆਂ ਚਾਚੀਆਂ ਵੀ ਸਨ, ਪਰ ਮਾਂ ਵਾਲਾ ਪਿਆਰ ਕਿਸੇ ਤੋਂ ਨਾ ਮਿਲਿਆ। ਤਾਂ ਫਿਰ ਭਾਈ ਜੇਠਾ ਜੀ ਨੂੰ ਬਾਬਾ ਹਰਦਾਸ ਜੀ ਨੇ ਮਾਂ ਵਾਲਾ ਅਤੇ ਪਿਤਾ ਵਾਲਾ ਪਿਆਰ ਦੇ ਕੇ ਸੇਵਾ ਸੰਭਾਲ ਕਰਨ ਲੱਗੇ। ਅਜੇ 7 ਕੁ ਸਾਲ ਦੇ ਹੋਏ ਸਨ। ਰੱਬ ਦਾ ਭਾਣਾ ਵਰਤਿਆ, ਪਿਤਾ ਜੀ ਵੀ ਚੜਾਈ ਕਰ ਗਏ। ਤਾਈਆਂ ਚਾਚੀਆਂ ਆਖਣ ਲੱਗ ਪਈਆਂ, ਇਹ ਤਾਂ ਅਪਾਗਾ ਹੈ। ਆਪਣੇ ਬੰਦਿਆਂ ਨੂੰ ਆਖਣ ਲੱਗੀਆਂ, ਅਸੀਂ ਇਸ ਅਪਾਗੇ ਦੀ ਰੋਟੀ ਪਾਣੀ ਦੀ ਜ਼ਿੰਮੇਵਾਰੀ ਨਹੀਂ ਲੈਣੀ। ਤਾਏ ਚਾਚੇ ਵੀ ਸਹਿਮਤ ਹੋ ਗਏ। ਭਾਈ ਜੇਠੇ ਜੀ ਦੀ ਨਾਨੀ ਨੇ ਇਹ ਸ਼ਬਦ ਸੁਣੇ ਤਾਂ ਨਾਨੀ ਮਾਂ ਦੇ ਤੀਰ ਵਾਂਗ ਵੱਜੇ ਕਲੇਜੇ ਵਿੱਚ ਅਤੇ ਫਿਰ ਰੋਣ ਲੱਗ ਪਈ। ਰੋਂਦੀ ਰੋਂਦੀ ਆਖਣ ਲੱਗੀ, ਮੈਂ ਆਪਣੇ ਜੇਠੇ ਨੂੰ ਆਪਣੇ ਨਾਲ ਲੈ ਜਾਵਾਂਗੀ। ਨਾਨੀ ਮਾਂ ਨੇ ਆਪਣੇ ਜੇਠੇ ਨੂੰ ਗਲਬਕੜੀ ਵਿੱਚ ਲੈ ਕੇ ਪਿਆਰ ਕੀਤਾ। ਫਿਰ ਨਾਨੀ ਮਾਂ ਆਪਣੇ ਜੇਠੇ ਨੂੰ ਨਾਲ ਲੈ ਕੇ ਆਪਣੇ ਪਿੰਡ ਬਾਸਰ ਕੇ ਆ ਜਾਂਦੀ ਹੈ। ਗੁਰੂ ਅਮਰਦਾਸ ਜੀ ਦਾ ਅਵਤਾਰ ਪਿੰਡ ਬਾਸਰ ਕੇ ਵਿੱਚ ਹੋਇਆ ਸੀ। ਵਾਹਿਗੁਰੂ ਕੁਦਰਤ ਐਸੀ ਬਣੀ, ਮਾਤਾ ਪਿਤਾ ਦਾ ਵਿਛੋੜਾ ਕਾਰਨ ਬਣਿਆ ਗੁਰੂ ਅਮਰਦਾਸ ਜੀ ਦੇ ਮਿਲਾਪ ਦਾ। ਭਾਈ ਜੇਠਾ ਜੀ ਜਦੋਂ ਉਦਾਸ ਰਹਿਣ ਲੱਗੇ, ਮੇਰੇ ਨਾਲ ਕੋਈ ਖੇਡਦਾ ਨਹੀਂ ਹੈ। ਨਾਨੀ ਮਾਂ ਨੇ ਸੋਚਿਆ, ਨਾਲੇ ਤਾਂ 4 ਪੈਸੇ ਕਮਾਵੇਗਾ, ਨਾਲੇ ਫਿਰ ਤੁਰ ਕੇ ਇਸ ਦਾ ਜੀ ਲੱਗ ਜਾਵੇਗਾ। ਨਾਨੀ ਮਾਂ ਨੇ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਛਾਬੜੇ ਵਿੱਚ ਪਾ ਕੇ ਭਾਈ ਜੇਠੇ ਜੀ ਨੂੰ ਕਹਿਣ ਲੱਗੀ, ਸਿਰ ਤੇ ਰੱਖ ਕੇ ਇਹ ਪਿੰਡ ਦੀਆਂ ਗਲੀਆਂ ਵਿੱਚ ਵੇਚ ਆ। ਗੁਰੂ ਰਾਮਦਾਸ ਜੀ ਨੇ ਛਾਬੜੀ ਸਿਰ ਉੱਤੇ ਰੱਖ ਕੇ ਪਿੰਡ ਦੀਆਂ ਗਲੀਆਂ ਵਿੱਚ ਜਾਣ ਲੱਗੇ। ਜਾਂਦੇ ਜਾਂਦੇ ਇੱਕ ਬਜ਼ੁਰਗ ਮਿਲਿਆ। ਉਹ ਬਜ਼ੁਰਗ ਕਹਿਣ ਲੱਗੇ, ਬੱਚਾ ਪੁੱਤਰ ਤੂੰ ਉਦਾਸ ਕਿਉਂ ਹੈ। ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ, ਪੁੱਤਰਾ ਸੇਵਾ ਸਿਮਰਨ ਕਰਿਆ ਕਰ, ਪਰਮਾਤਮਾ ਭਲੀ ਕਰੇਗਾ। ਭਾਈ ਜੇਠਾ ਜੀ ਘੁੰਗਣੀਆਂ ਵੇਚਣ ਤੋਂ ਬਾਅਦ ਫਿਰ ਗੁਰੂ ਘਰ ਚਲੇ ਜਾਂਦੇ, ਸੇਵਾ ਸਿਮਰਨ ਕਰਦੇ। ਸੇਵਾ ਵੀ ਉਹੀ ਮਨੁੱਖ ਕਰਦਾ ਹੈ ਜਿਸ ਤੇ ਉਹ ਸਾਹਿਬ ਮਿਹਰਬਾਨ ਦੀ ਕਿਰਪਾ ਹੋਵੇ। ਭਾਈ ਜੇਠਾ ਜੀ ਦੇ ਭਾਗ ਜਾਗੇ। ਸ੍ਰੀ ਗੋਇੰਦਵਾਲ ਸਾਹਿਬ ਬੌਲੀ ਦੀ ਸੇਵਾ ਸ਼ੁਰੂ ਹੋ ਗਈ। ਬੌਲੀ ਸਾਹਿਬ ਦੀ ਸੇਵਾ ਭਾਈ ਜੇਠਾ ਜੀ ਨੇ 6 ਸਾਲ ਕੀਤੀ। ਸਾਰੀ ਮਿੱਟੀ ਸਿਰ ਤੇ ਢੋਈ। ਸੇਵਾ ਦਾ ਫਲ ਜ਼ਰੂਰ ਮਿਲਦਾ ਹੈ। ਗੁਰੂ ਅਮਰਦਾਸ ਜੀ ਦੀਆਂ 2 ਸਪੁੱਤਰੀਆਂ ਸਨ, ਵੱਡੀ ਬੀਬੀ ਦਾਨੀ ਜੀ, ਛੋਟੀ ਬੀਬੀ ਭਾਨੀ ਜੀ। ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਚੁੱਕਾ ਸੀ। ਗੁਰੂ ਅਮਰਦਾਸ ਜੀ ਦੇ ਘਰੋਂ ਮਾਤਾ ਜੀ ਕਹਿਣ ਲੱਗੇ, ਗੁਰੂ ਅਮਰਦਾਸ ਜੀ ਨੂੰ, ਮੇਰੇ ਸਤਿਗੁਰ ਆਪਣੀ ਭਾਨੀ ਵਿਆਹੁਣ ਯੋਗ ਹੈ, ਆਪਣੀ ਭਾਨੀ ਵਾਸਤੇ ਕੋਈ ਵਰ ਘਰ ਲੱਭੋ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਦੱਸੋ ਕਿਹੋ ਜਿਹਾ ਘਰ ਵਰ ਚਾਹੀਦਾ ਹੈ। ਭਾਈ ਜੇਠਾ ਜੀ ਮਿੱਟੀ ਵਾਲਾ ਟੋਕਰਾ ਸਿਰ ਉੱਤੇ ਚੁੱਕ ਕੇ ਆ ਰਹੇ ਸਨ ਅਤੇ ਫਿਰ ਮਾਤਾ ਜੀ ਦੀ ਨਜ਼ਰ ਉਸ ਉੱਤੇ ਪੈ ਗਈ। ਮਾਤਾ ਜੀ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਹੇ ਸਤਿਗੁਰੂ ਇਹੋ ਜਿਹਾ ਲੜਕਾ ਚਾਹੀਦਾ ਹੈ। ਅਤੇ ਫਿਰ ਗੁਰੂ ਅਮਰਦਾਸ ਜੀ ਕਹਿਣ ਲੱਗੇ, ਇਹਦੇ ਵਰਗਾ ਤਾਂ ਫਿਰ ਇਹ ਇੱਕੋ ਹੀ ਹੈ।
ਫਿਰ ਗੁਰੂ ਅਮਰਦਾਸ ਜੀ ਆਖਣ ਲੱਗੇ, ਮੇਰੇ ਕਰਤੇ ਨੇ ਖੇਲ ਰਚਾਇਆ, ਇੱਕ ਵਰਗਾ ਹੋਰ ਦੂਜਾ ਕੋਈ ਬਣਾਇਆ ਹੀ ਨਹੀਂ। ਫਿਰ ਮਾਤਾ ਜੀ ਆਖਣ ਲੱਗੇ, ਬਾਰ ਤਾਂ ਠੀਕ ਹੈ ਪਰ ਇਹ ਤਾਂ ਗਰੀਬ ਹੈ, ਇਸ ਦਾ ਤਾਂ ਕੋਈ ਘਰ-ਬਾਰ ਨਹੀਂ ਹੈ, ਮੇਰੀ ਭਾਨੀ ਵਾਸਤੇ ਘਰ ਠੀਕ ਨਹੀਂ ਹੈ। ਤਾਂ ਗੁਰੂ ਅਮਰਦਾਸ ਜੀ ਆਖਣ ਲੱਗੇ, ਮੇਰੀ ਨਜ਼ਰਾਂ ਨਾਲ ਵੇਖ, ਇਸ ਦੇ ਸਿਰ ਉੱਤੇ ਛਤਰ ਝੁੱਲਣਗੇ, ਇਹਦੇ ਘਰ ਵਰਗਾ ਦੂਜਾ ਘਰ ਹੋਰ ਕੋਈ ਹੋਣਾ ਹੀ ਨਹੀਂ। ਫਿਰ ਮਾਤਾ ਜੀ ਸੋਚ ਕੇ ਆਖਣ ਲੱਗੇ, ਜੇ ਮੇਰੀ ਧੀ ਹੈ ਤਾਂ ਆਪ ਜੀ ਦੀ ਵੀ ਤਾਂ ਧੀ ਹੈ। ਅਤੇ ਫਿਰ ਮਾਤਾ ਜੀ ਆਖਣ ਲੱਗੇ, ਠੀਕ ਹੈ। ਗੁਰੂ ਅਮਰਦਾਸ ਜੀ ਆਖਣ ਲੱਗੇ, ਇਸ ਦੇ ਘਰ ਨੂੰ ਸਾਰੀ ਦੁਨੀਆ ਨਮਸਕਾਰ ਕਰੇਗੀ, ਇਹਦੇ ਘਰ ਤੋਂ ਮੂੰਹੋਂ ਮੰਗੀਆਂ ਮੁਰਾਦਾਂ ਮਿਲਣਗੀਆਂ। ਗੁਰੂ ਅਮਰਦਾਸ ਜੀ ਉਹ ਪਹਿਲੇ ਬਾਪ ਸਨ ਜਿਨ੍ਹਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਆਪਣੇ ਹੱਥੀਂ ਕੀਤਾ। ਉਸ ਸਮੇਂ ਪੰਡਤ ਬ੍ਰਾਹਮਣ ਜਿੱਥੇ ਰਿਸ਼ਤਾ ਕਰਦੇ, ਮਾਂ ਬਾਪ ਨੂੰ ਉਹੀ ਮਨਜ਼ੂਰ ਕਰਨਾ ਪੈਂਦਾ ਸੀ। ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਨੇ ਸੰਗਤਾਂ ਦਾ ਇਕੱਠ ਕੀਤਾ ਅਤੇ ਫਿਰ ਇੱਕ ਸੇਵਕ ਨੂੰ ਆਖਣ ਲੱਗੇ, ਭਾਈ ਜੇਠੇ ਨੂੰ ਬੁਲਾ ਕੇ ਲਿਆਓ। ਜਦੋਂ ਭਾਈ ਜੇਠਾ ਆਇਆ, ਸਿਰ ਉੱਤੇ ਟੋਕਰਾ ਸੀ, ਫਟੇ ਪੁਰਾਣੇ ਕੱਪੜੇ ਮਿੱਟੀ ਨਾਲ ਲਿਬੜੇ ਅਤੇ ਪੈਰੋਂ ਵੀ ਨੰਗੇ ਸਨ। ਧੰਨ ਧੰਨ ਗੁਰੂ ਅਮਰਦਾਸ ਜੀ ਜਗਤ ਦੇ ਮਾਲਕ ਨੇ ਭਾਈ ਜੇਠੇ ਨੂੰ ਸੰਗਤ ਵਿੱਚ ਬਿਠਾ ਲਿਆ, ਜੋ ਇੱਕ ਗਰੀਬ ਅਤੇ ਯਤੀਮ ਸੀ। ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪਣੇ ਹੱਥੀਂ ਕੀਤਾ। ਭਾਈ ਜੇਠੇ ਨੂੰ ਆਪਣਾ ਦਮਾਦ ਬਣਾ ਲਿਆ। ਸਾਰੇ ਜਗਤ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਦੇ ਘਰ ਵਿਆਹੇ ਗਏ ਭਾਈ ਜੇਠਾ ਜੀ। ਭਾਈ ਜੇਠਾ ਜੀ ਜਿਵੇਂ ਪਹਿਲਾਂ ਸੇਵਾ ਕਰਦੇ ਸਨ, ਉਸੇ ਤਰ੍ਹਾਂ ਗੁਰੂ ਘਰ ਦੇ ਤੱਪੜ ਝਾੜਨੇ, ਭਾਂਡੇ ਮਾਂਜਣੇ, ਪਾਣੀ ਦੀ ਸੇਵਾ ਕਰਨੀ, ਝਾੜੂ ਦੀ ਸੇਵਾ ਕਰਨੀ, ਇੱਥੋਂ ਤੱਕ ਬਜ਼ੁਰਗਾਂ ਦੀ ਸੇਵਾ ਸੰਭਾਲ ਵੀ ਕਰਦੇ ਸਨ। ਇੰਨੀ ਨਿਮਰਤਾ ਸੀ, ਸਭ ਨੂੰ ਜੀ ਜੀ ਕਰਕੇ ਬੋਲਦੇ। ਭਾਈ ਜੇਠਾ ਜੀ ਆਪਣੇ ਆਪ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਦਮਾਦ ਹੋਣ ਦੇ ਨਾਤੇ ਵੀ ਆਪਣੇ ਆਪ ਨੂੰ ਇੱਕ ਨਿਮਾਣਾ ਜਿਹਾ ਸੇਵਾਦਾਰ ਸਮਝਦੇ ਸਨ। ਇੱਕ ਵਾਰੀ ਭਾਈ ਜੇਠਾ ਜੀ ਦੇ ਤਾਏ ਚਾਚੇ ਲਾਹੌਰ ਸ਼ਹਿਰ ਤੋਂ ਸ੍ਰੀ ਅੰਮ੍ਰਿਤਸਰ ਆਏ ਅਤੇ ਕਹਿਣ ਲੱਗੇ, ਚਲੋ ਭਾਈ ਜੇਠੇ ਨੂੰ ਮਿਲ ਕੇ ਆਈਏ, ਹੁਣ ਤਾਂ ਗੁਰੂ ਅਮਰਦਾਸ ਜੀ ਦਾ ਦੁਆਈ ਬਣ ਗਿਆ ਹੈ। ਅਤੇ ਫਿਰ ਸੰਗਤ ਵਿੱਚੋਂ ਇੱਕ ਸੇਵਾਦਾਰ ਨੂੰ ਪੁੱਛਣ ਲੱਗੇ, ਭਾਈ ਜੇਠਾ ਕਿੱਥੇ ਹੈ? ਉਹ ਸਾਡਾ ਭਤੀਜਾ ਹੈ, ਅਸੀਂ ਉਸਦੇ ਤਾਏ ਚਾਚੇ ਹਾਂ। ਫਿਰ ਇੱਕ ਸੇਵਾਦਾਰ ਆਖਣ ਲੱਗਾ, ਭਾਈ ਜੇਠਾ ਆ ਰਹੇ ਹਨ, ਜਿਨ੍ਹਾਂ ਦੇ ਸਿਰ ਤੇ ਟੋਕਰਾ ਹੈ। ਭਾਈ ਜੇਠੇ ਜੀ ਨੇ ਆ ਕੇ ਫਤਿਹ ਬੁਲਾਈ ਅਤੇ ਫਿਰ ਤਾਏ ਚਾਚੇ ਕਹਿਣ ਲੱਗੇ, ਕਾਕਾ ਤੂੰ ਸਾਨੂੰ ਪਹਿਚਾਨਿਆ ਹੈ? ਅਸੀਂ ਤੇਰੇ ਪਿਤਾ ਅਰਦਾਸ ਦੇ ਭਰਾ ਹਾਂ। ਤੂੰ ਤਾਂ ਸੋਢੀਆਂ ਦੀ ਵੰਸ਼ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ, ਤੂੰ ਸਾਡਾ ਨੱਕ ਵੱਢ ਦਿੱਤਾ ਹੈ, ਤੂੰ ਉਪਾਗਾ ਹੀ ਨਹੀਂ, ਤੂੰ ਸਾਨੂੰ ਜਿਉਣ ਜੋਗਾ ਨਹੀਂ ਛੱਡਿਆ। ਭਾਈ ਜੇਠਾ ਜੀ ਨੀਵੀਂ ਪਾ ਕੇ ਖੜੇ ਰਹੇ। ਚੱਲਦੇ ਚੱਲਦੇ ਗੁਰੂ ਅਮਰਦਾਸ ਜੀ ਉਸੇ ਥਾਂ ਤੇ ਪਹੁੰਚ ਗਏ ਅਤੇ ਭਾਈ ਜੇਠੇ ਜੀ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ, ਬਜ਼ੁਰਗੋ ਮੇਰੇ ਜੇਠੇ ਨੂੰ ਕੀ ਆਖਦੇ ਹੋ? ਭਾਈ ਜੇਠਾ ਜੀ ਦੇ ਤਾਏ ਚਾਚੇ ਕਹਿਣ ਲੱਗੇ, ਇਹ ਤਾਂ ਅਜੇ ਬੱਚਾ ਹੈ, ਤੁਸੀਂ ਤਾਂ ਸਿਆਣੇ ਹੋ, ਕੋਈ ਜਵਾਈਆਂ ਕੋਲੋਂ ਵੀ ਘਰ ਦੇ ਕੰਮ ਕਰਾਉਂਦਾ ਹੈ, ਤੁਸੀਂ ਇਸ ਨੂੰ ਨੌਕਰ ਬਣਾ ਕੇ ਰੱਖਿਆ ਹੈ। ਭਾਂਡੇ ਮਾਂਜੇ, ਜੋੜੇ ਸਾਫ਼ ਕਰੇ, ਮਿੱਟੀ ਦੇ ਟੋਕਰੇ ਢੋਰੇ। ਭਾਈ ਜੇਠਾ ਜੀ ਨੀਵੀਂ ਪਾ ਕੇ ਖੜੇ ਰਹੇ। ਫਿਰ ਗੁਰੂ ਅਮਰਦਾਸ ਜੀ ਆਖਣ ਲੱਗੇ, ਬਜ਼ੁਰਗੋ ਇਹ ਭਾਂਡੇ ਮੇਰੇ ਨਹੀਂ ਮਾਂਜਦਾ, ਇਹ ਤਾਂ ਗੁਰੂ ਦੀ ਸੰਗਤ ਦੇ ਮਾਂਜਦਾ ਹੈ। ਝਾੜੂ ਪੋਚਾ ਜੋੜੇ ਜੋ ਵੀ ਇਹ ਕਰਦਾ ਹੈ, ਗੁਰੂ ਦੀ ਸੰਗਤ ਦੀ ਸੇਵਾ ਕਰਦਾ ਹੈ। ਤੁਸੀਂ ਕਹਿੰਦੇ ਹੋ ਸਾਡੀ ਸੋਢੀਆਂ ਦੀ ਨੱਕ ਵਢਾ ਦਿੱਤੀ ਹੈ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਜੇ ਭਾਈ ਜੇਠਾ ਉਸ ਵੰਸ਼ ਵਿੱਚ ਜਨਮ ਨਾ ਲੈਂਦਾ, ਤੁਹਾਡੀ ਵੰਸ਼ ਰਹਿਣੀ ਹੀ ਨਹੀਂ ਸੀ। ਉਸ ਵਾਹਿਗੁਰੂ ਦਾ ਸ਼ੁਕਰ ਕਰੋ, ਭਾਈ ਜੇਠੇ ਦਾ ਜਨਮ ਸੋਢੀ ਵੰਸ਼ ਵਿੱਚ ਹੋਇਆ, ਇਹ ਤੁਹਾਡੀ ਵੰਸ਼ ਤਾਂ ਬਚ ਗਈ ਹੈ, ਤੁਹਾਡੇ ਪਿਤਰਾਂ ਦਾ ਵੀ ਉਧਾਰ ਹੋ ਗਿਆ ਹੈ। ਆਪਾਂ ਦੁਨਿਆਵੀ ਬੰਦੇ 4 ਕਿੱਲਿਆਂ ਤੇ ਮਾਣ ਕਰਦੇ ਹਾਂ, ਜੇ ਕਿਸੇ ਦੀ ਕੋਠੀਕਾਰ ਹੈ ਤਾਂ ਕੋਠੀਕਾਰ ਵਾਲਾ ਤਾਂ ਇੰਨਾ ਕਮੰਡੀ ਹੋ ਜਾਂਦਾ ਹੈ, ਮੇਰੇ ਵਰਗਾ ਕੋਈ ਹੈ ਹੀ ਨਹੀਂ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਇੱਕ ਨਿਮਾਣੇ ਜਿਹੇ ਸੇਵਾਦਾਰ ਬਣ ਕੇ ਰਹੇ, ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਦਮਾਦ ਸਨ। ਧੰਨ ਧੰਨ ਗੁਰੂ ਅਮਰਦਾਸ ਜੀ ਦੀਨ ਦੁਨੀ ਦੇ ਮਾਲਕ ਦੇ ਘਰ ਸਭ ਖਜ਼ਾਨੇ ਸਨ, ਕਿਸੇ ਵੀ ਚੀਜ਼ ਦਾ ਘਾਟਾ ਨਹੀਂ। ਥੋੜੇ ਹੀ ਸਮੇਂ ਬਾਅਦ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਤੇ ਸੇਵਾ ਨੂੰ ਫਲ ਲਾ ਦਿੱਤਾ ਅਤੇ ਗੁਰੂ ਗੱਦੀ ਸੌਂਪ ਕੇ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਜੀ ਬਣਾ ਦਿੱਤਾ। ਫਿਰ ਗੁਰੂ ਅਮਰਦਾਸ ਜੀ 5 ਕਰਮਾਂ ਕਰਕੇ ਉਹਨਾਂ ਨੂੰ ਮੱਥਾ ਵੀ ਟੇਕਿਆ, ਨਾਲੇ ਸੰਗਤਾਂ ਨੂੰ ਇਹ ਬਚਨ ਕੀਤੇ ਕਿ ਜੋ ਵੀ ਇਹਨਾਂ ਤੋਂ ਸੱਚੇ ਮਨ ਨਾਲ ਕੁਝ ਮੰਗੇਗਾ ਉਸ ਨੂੰ ਸਭ ਕੁਝ ਮਿਲੇਗਾ ਅਤੇ ਇਸ ਦਰ ਤੋਂ ਸਭ ਦੀਆਂ ਝੋਲੀਆਂ ਭਰਨਗੀਆਂ। ਵੀਡੀਓ ਦੇ ਥੱਲੇ ਕਮੈਂਟ ਵਿੱਚ ਇੱਕ ਵਾਰੀ ਵਾਹਿਗੁਰੂ ਲਿਖ ਕੇ ਸੱਚੇ ਮਨ ਨਾਲ ਜੋ ਵੀ ਮੰਗਣਾ ਹੈ ਮੰਗ ਲਓ, ਗੁਰੂ ਰਾਮਦਾਸ ਜੀ ਤੁਹਾਡੀ ਇੱਛਾ ਪੂਰੀ ਕਰਨਗੇ। ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ।